ਇੱਥੇ ਅਸੀਂ ਤਿਕੋਣ ਅਤੇ ਕੋਣ ਨਾਲ ਸੰਬੰਧਿਤ ਸਮੱਸਿਆ ਨੂੰ ਹੱਲ ਕਰਨਾ ਹੈ। ਇਸ ਫਿਗਰ ਵਿੱਚ ਅਸੀਂ ਦੇਖ ਰਹੇ ਹਾਂ ਦੋ ਛੋਟੀਆਂ ਤਿਕੋਣਾਂ ਹਨ। ਦੋ ਛੋਟੀਆਂ ਤਿਕੋਣਾਂ ਹਨ, ਇੱਕ ਇਸ ਸਾਈਡ ਹੈ ਅਤੇ ਦੂਜੀ ਇਸ ਸਾਈਡ ਹੈ, ਅਤੇ ਦੋਨਾਂ ਤਿਕੋਣਾਂ ਨੂੰ ਮਿਲ ਕੇ ਇੱਕ ਵੱਡੀ ਤਿਕੋਣ ਹੈ। ਇਸ ਤੋਂ ਇਲਾਵਾ ਇੱਥੇ ਸਾਨੂੰ ਕੁਝ ਕੋਣਾਂ ਦੇ ਮਾਪ ਦਿੱਤੇ ਗਏ ਹਨ, ਜਿਵੇਂ ਇੱਥੇ 64 ਡਿਗਰੀ, ਇੱਥੇ 50 ਡਿਗਰੀ ਅਤੇ ਇੱਥੇ 31 ਡਿਗਰੀ। ਤੇ ਹੁਣ ਇਸ ਸਮੱਸਿਆ ਦੇ ਵਿੱਚ ਸਾਨੂੰ ਪੁੱਛਿਆ ਗਿਆ ਹੈ ਕਿ ਇਸ ਕੋਣ ਦਾ ਮਾਪ ਕੀ ਹੋਵੇਗਾ। ਇਸ ਕੋਣ ਦਾ ਮਾਪ ਕੀ ਹੋਵੇਗਾ। ਹੁਣ ਅਸੀਂ ਕੋਣ ਪਤਾ ਕਰਨ ਦੇ ਕੁਝ ਤਰੀਕੇ ਜਾਣਦੇ ਹਾਂ। ਜਿਵੇਂ ਜੇਕਰ ਇੱਕ ਤ੍ਰਿਭੁਜ ਦੇ ਦੋ ਅੰਦਰਲੇ ਕੋਣਾਂ ਦਾ ਮਾਪ ਦਿੱਤਾ ਹੋਵੇ ਤਾਂ ਅਸੀਂ ਤੀਜਾ ਕੋਣ ਪਤਾ ਕਰ ਸਕਦੇ ਹਾਂ। ਇਸੇ ਤਰ੍ਹਾਂ ਦੋ ਸੰਪੂਰਕ ਕੋਣਾਂ ਦੇ ਵਿੱਚੋਂ ਇੱਕ ਕੋਣ ਦਾ ਮਾਪ ਪਤਾ ਹੋਵੇ ਤਾਂ ਅਸੀਂ ਦੂਜਾ ਕੋਣ ਪਤਾ ਕਰ ਲੈਂਦੇ ਹਾਂ। ਇਸ ਤੋਂ ਇਲਾਵਾ ਕੁਝ ਹੋਰ ਤਰੀਕੇ ਵੀ ਹੁੰਦੇ ਹਨ ਜਿਸ ਦੇ ਰਾਹੀਂ ਅਸੀਂ ਕੋਣ ਦਾ ਮਾਪ ਪਤਾ ਕਰ ਲੈਂਦੇ ਹਾਂ। ਤਾਂ ਇੱਥੇ ਅਸੀਂ ਇਸ ਕੋਣ ਦਾ ਮਾਪ ਪਤਾ ਕਰਨ ਦੇ ਲਈ ਇਹਨਾਂ ਕੁਝ ਤਰੀਕਿਆਂ ਦੀ ਵਰਤੋਂ ਕਰਾਂਗੇ। ਹੁਣ ਇੱਥੇ ਇਹ ਕੋਣ ਦਾ ਮਾਪ ਅਸੀਂ ਸਿੱਧਾ ਨਹੀਂ ਪਤਾ ਕਰ ਸਕਦੇ, ਤਾਂ ਇਸ ਦੇ ਲਈ ਸਾਨੂੰ ਇੱਥੇ ਇਹਨਾਂ ਗਿਆਤ ਕੋਣਾਂ ਦਾ ਮਾਪ ਪਤਾ ਕਰਨਾ ਪਵੇਗਾ। ਹੁਣ ਇੱਥੇ ਬੜਾ ਸੌਖਾ ਹੈ ਕਿ ਇਸ ਕੋਣ ਦਾ ਮਾਪ ਅਸੀਂ ਬੜੀ ਆਸਾਨੀ ਨਾਲ ਪਤਾ ਕਰ ਸਕਦੇ ਹਾਂ। ਹੁਣ ਅਸੀਂ ਪਹਿਲਾਂ ਇਸ ਤਿਕੋਣ ਦੀ ਗੱਲ ਕਰਦੇ ਹਾਂ। ਸੋ ਜੋ ਸਾਡੇ ਕੋਲ ਇਹ ਤਿਕੋਣ ਹੈ, ਜਿਸ ਨੂੰ ਕਿ ਮੈਂ ਡਾਰਕ ਕਰ ਰਿਹਾ, ਇਸ ਕੋਣ ਦੇ ਦੋ ਕੋਣਾਂ ਦਾ ਮਾਪ ਸਾਨੂੰ ਪਤਾ ਹੈ ਅਤੇ ਅਸੀਂ ਇੱਥੇ ਤੀਜੇ ਕੋਣ ਦਾ ਮਾਪ ਪਤਾ ਕਰ ਸਕਦੇ ਹਾਂ। ਮੈਂ ਇਸ ਨੂੰ x ਲਿਖ ਲੈਂਦਾ ਹਾਂ। ਹੁਣ ਅੱਗੇ ਇਸ x ਦਾ ਮੁੱਲ ਪਤਾ ਕਰਦੇ ਹਾਂ। ਇਸ ਦੇ ਲਈ x ਜਮਾ 64 ਡਿਗਰੀ ਜਮਾ 50 ਡਿਗਰੀ, ਇਹਨਾਂ ਤਿੰਨੇ ਅੰਦਰਲੇ ਕੋਣਾਂ ਦਾ ਜੋੜ ਕਰਾਂਗਾ ਜੋ ਕਿ ਬਰਾਬਰ ਹੈ 180 ਡਿਗਰੀ ਦੇ। ਹੁਣ ਇੱਥੇ ਮੈਂ ਇਹਨਾਂ ਦੋ ਹੀ ਕੋਣਾਂ ਨੂੰ ਜੋੜ ਲਵਾਂਗਾ ਤਾਂ ਇਹ ਅੱਗੇ ਬਣ ਜਾਏਗਾ x ਜਮਾ, ਹੁਣ ਇੱਥੇ 64 ਦੇ ਵਿੱਚ 50 ਜੋੜਨੇ ਹਨ ਤਾਂ ਪਹਿਲਾਂ 60 ਦੇ ਵਿੱਚ 50 ਜੋੜੇ 110, 110 ਵਿੱਚ 4 ਜੋੜੇ, ਇਹ ਹੋ ਗਏ 114 ਡਿਗਰੀ ਬਰਾਬਰ 180 ਡਿਗਰੀ। ਹੁਣ ਇੱਥੇ ਦੋਨੋਂ ਪਾਸੇ 114 ਡਿਗਰੀ ਘਟਾ ਲੈਂਦੇ ਹਾਂ, 114 ਡਿਗਰੀ ਮਾਈਨਸ ਕਰ ਲੈਂਦੇ ਹਾਂ ਤਾਂ ਸਾਡੇ ਕੋਲ ਖੱਬੇ ਪਾਸੇ 114 ਨਾਲ 114 ਕੱਟ ਜਾਣਗੇ ਕਿਉਂਕਿ ਇੱਕ ਪਲੱਸ ਦੇ ਹਨ ਤੇ ਦੂਜੇ ਮਾਈਨਸ ਦੇ ਹਨ। ਇੱਥੇ ਬਚ ਗਿਆ x ਬਰਾਬਰ, ਹੁਣ 180 ਵਿੱਚੋਂ 114 ਘਟਾਉਣੇ ਹਨ, ਪਹਿਲਾਂ 180 ਚੋਂ 110 ਮਾਈਨਸ ਕੀਤੇ ਤਾਂ 70, 70 ਦੇ ਵਿੱਚੋਂ 4 ਮਾਈਨਸ ਕੀਤੇ 66, ਤਾਂ ਇਹ ਸਾਡੇ ਕੋਲ ਆ ਗਿਆ 66 ਡਿਗਰੀ। ਇਸ ਤਰ੍ਹਾਂ ਸਾਡੇ ਕੋਲ x ਦਾ ਮੁੱਲ ਆ ਗਿਆ 66 ਡਿਗਰੀ। ਹੁਣ ਅੱਗੇ ਅਸੀਂ ਇਸ ਕੋਣ ਦਾ ਮਾਪ ਪਤਾ ਕਰਾਂਗੇ ਅਤੇ ਇੱਥੋਂ ਸਾਨੂੰ ਕਲੀਅਰ ਦਿਖ ਰਿਹਾ ਹੈ ਕਿ ਦੋਨੋਂ ਹੀ ਕੋਣ ਸੰਪੂਰਕ ਕੋਣ ਹਨ, ਕਿਉਂਕਿ ਦੋਨੋਂ ਹੀ ਕੋਣ ਇਸ ਰੇਖਾ ਤੇ ਬਣੇ ਹੋਏ ਹਨ ਤੇ ਸਾਨੂੰ ਪਤਾ ਹੈ ਕਿ ਸੰਪੂਰਕ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਹੈ। ਤਾਂ ਇਸ ਕੋਣ ਨੂੰ ਮੈਂ 22 ਲੈ ਲੈਂਦਾ ਹਾਂ ਅਤੇ ਹੁਣ 22 ਪਤਾ ਕਰਨ ਦੇ ਲਈ ਮੈਂ 22 ਅਤੇ x ਦੋਨਾਂ ਦਾ ਜੋੜ ਬਰਾਬਰ 180 ਕਰ ਲੈਂਦਾ ਹਾਂ ਤਾਂ ਇੱਥੇ ਹੋ ਜਾਏਗਾ 22 ਜਮਾ x ਬਰਾਬਰ 180 ਡਿਗਰੀ। ਹੁਣ ਇੱਥੇ x ਦਾ ਮੁੱਲ ਮੇਰੇ ਕੋਲ 66 ਡਿਗਰੀ ਹੈ ਤਾਂ ਮੈਂ 66 ਡਿਗਰੀ ਭਰ ਦਿੰਦਾ ਹਾਂ। ਹੁਣ 22 ਦਾ ਮੁੱਲ ਪਤਾ ਕਰਨ ਦੇ ਲਈ ਮੈਂ ਇੱਥੇ ਦੋਨੋਂ ਪਾਸੇ 66 ਡਿਗਰੀ ਨੂੰ ਮਾਈਨਸ ਕਰ ਲੈਂਦਾ ਹਾਂ। ਹੁਣ ਇੱਥੇ ਖੱਬੇ ਪਾਸੇ 66 ਡਿਗਰੀ ਪਲੱਸ ਦੇ ਹਨ ਤੇ 66 ਮਾਈਨਸ ਦੇ ਹਨ, ਕੱਟ ਜਾਣਗੇ, ਸਿਫਰ ਹੋ ਜਾਏਗਾ ਅਤੇ ਇੱਥੇ ਬਚ ਜਾਏਗਾ 22 ਬਰਾਬਰ, ਹੁਣ 180 ਡਿਗਰੀ ਦੇ ਵਿੱਚੋਂ 66 ਮਾਈਨਸ ਕਰਦੇ ਹਾਂ ਤਾਂ ਇੱਥੇ ਮੇਰੇ ਕੋਲ ਬਚ ਜਾਣਗੇ 114 ਡਿਗਰੀ। ਤਾਂ ਇੱਥੋਂ 22 ਦਾ ਮੁੱਲ ਆ ਗਿਆ 114 ਡਿਗਰੀ। ਹੁਣ ਤੁਸੀਂ ਧਿਆਨ ਕੀਤਾ ਹੋਵੇਗਾ ਕਿ 114 ਡਿਗਰੀ ਇਹਨਾਂ ਦੋਨਾਂ ਕੋਣਾਂ ਦਾ ਜੋੜ ਸੀ। ਇੱਥੇ ਅਸੀਂ ਪਹਿਲਾਂ ਕੀਤਾ ਸੀ 64 ਜਮਾ 50, ਇਹ ਬਰਾਬਰ ਆਇਆ ਸੀ 114 ਡਿਗਰੀ। ਤਾਂ ਇੱਥੇ ਸਾਨੂੰ ਕੋਣ ਨਾਲ ਸੰਬੰਧਿਤ ਇੱਕ ਹੋਰ ਨਿਯਮ ਪ੍ਰਾਪਤ ਹੋ ਗਿਆ ਹੈ। ਆਓ ਇਸ ਨਿਯਮ ਨੂੰ ਅਲੱਗ ਤੌਰ ਤੇ ਦੇਖਦੇ ਹਾਂ। ਮੈਂ ਇੱਥੇ ਇੱਕ ਤ੍ਰਿਭੁਜ ਬਣਾ ਲੈਂਦਾ ਹਾਂ, ਇੱਥੇ ਇੱਕ ਤ੍ਰਿਭੁਜ ਬਣਾਉਂਦਾ ਹਾਂ ਅਤੇ ਉਸਦੇ ਦੋ ਕੋਣਾਂ ਦਾ ਮਾਪ ਮੈਂ A ਅਤੇ B ਲੈ ਲੈਂਦਾ ਹਾਂ। ਹੁਣ ਜਦੋਂ ਦੋ ਅੰਦਰਲੇ ਕੋਣਾਂ ਦਾ ਮਾਪ ਪਤਾ ਹੋਵੇ ਤਾਂ ਅਸੀਂ ਤੀਜੇ ਕੋਣ ਦਾ ਮਾਪ ਪਤਾ ਕਰ ਸਕਦੇ ਹਾਂ। ਇੱਥੇ ਤੀਜੇ ਕੋਣ ਦਾ ਮਾਪ ਬਣ ਜਾਏਗਾ 180 ਡਿਗਰੀ ਮਾਈਨਸ A ਮਾਈਨਸ B, ਕਿਉਂਕਿ ਤਿੰਨੇ ਅੰਦਰਲੇ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਹੈ ਤਾਂ ਇੱਥੇ ਮੈਂ 180 ਡਿਗਰੀ ਵਿੱਚੋਂ ਦੋਨੋਂ ਹੀ ਕੋਣਾਂ ਦੇ ਮਾਪ ਨੂੰ ਘਟਾ ਲਿਆ ਤਾਂ ਮੇਰੇ ਕੋਲ ਤੀਜੇ ਕੋਣ ਦਾ ਮਾਪ ਪ੍ਰਾਪਤ ਹੋ ਗਿਆ। ਹੁਣ ਅੱਗੇ ਮੈਂ ਇਸ ਭੁਜਾ ਨੂੰ ਵਧਾ ਲੈਂਦਾ ਹਾਂ। ਇਸ ਤਰ੍ਹਾਂ ਮੈਨੂੰ ਬਾਹਰਲੇ ਪਾਸੇ ਇੱਕ ਕੋਣ ਪ੍ਰਾਪਤ ਹੁੰਦਾ ਹੈ
ਜਿਸ ਨੂੰ ਕਿ ਬਾਹਰੀ ਕੋਣ ਕਿਹਾ ਜਾਂਦਾ ਹੈ। ਇਸ ਤਰ੍ਹਾਂ ਮੈਨੂੰ ਇੱਕ ਇਹ ਕੋਣ ਪ੍ਰਾਪਤ ਹੋਇਆ। ਅਤੇ ਹੁਣ ਇੱਥੇ ਇਹ ਤ੍ਰਿਭੁਜ ਦੇ ਅੰਦਰ ਵਾਲਾ ਕੋਣ ਤੇ ਬਾਹਰ ਵਾਲਾ ਕੋਣ, ਇਹ ਦੋਨੋਂ ਹੀ ਸੰਪੂਰਕ ਕੋਣ ਹਨ, ਕਿਉਂਕਿ ਦੋਨੋਂ ਹੀ ਇਸ ਰੇਖਾ ਤੇ ਬਣੇ ਹੋਏ ਹਨ। ਇਸ ਤੋਂ ਭਾਵ ਇਹਨਾਂ ਦੋਨਾਂ ਦਾ ਜੋੜ ਵੀ 180 ਡਿਗਰੀ ਹੋਵੇਗਾ। ਮੈਂ ਇਸ ਕੋਣ ਦਾ ਨਾਮ 22 ਲੈ ਲੈਂਦਾ ਹਾਂ। ਤਾਂ ਇੱਥੇ ਸਾਡੇ ਕੋਲ ਬਣ ਜਾਏਗਾ 22 ਜਮਾ ਇਹ ਅੰਦਰ ਵਾਲਾ ਕੋਣ 180 ਡਿਗਰੀ ਮਾਈਨਸ A ਮਾਈਨਸ B ਬਰਾਬਰ 180 ਡਿਗਰੀ। ਹੁਣ ਇੱਥੇ 180 ਡਿਗਰੀ ਨਾਲ 180 ਡਿਗਰੀ ਕੱਟ ਜਾਏਗਾ। ਇੱਥੇ 22 ਦਾ ਮੁੱਲ ਪਤਾ ਕਰਨ ਦੇ ਲਈ ਮੈਂ ਦੋਨੋਂ ਪਾਸੇ A ਅਤੇ B ਨੂੰ ਜੋੜ ਲੈਂਦਾ ਹਾਂ। A ਜਮਾ B। ਹੁਣ ਖੱਬੇ ਪਾਸੇ ਮੇਰੇ ਕੋਲ A ਦੇ ਨਾਲ A ਕੱਟ ਗਿਆ, B ਨਾਲ B ਕੱਟ ਗਿਆ, ਤੇ ਮੇਰੇ ਕੋਲ ਬਚਿਆ 22 ਬਰਾਬਰ ਸੱਜੇ ਪਾਸੇ ਬਚ ਗਿਆ A ਜਮਾ B। ਹੁਣ ਇੱਥੇ 22 ਬਾਹਰੀ ਕੋਣ ਦਾ ਮਾਪ ਹੈ ਅਤੇ ਬਰਾਬਰ ਆ ਗਿਆ A ਜਮਾ B। ਹੁਣ A ਤੇ B ਦੋਨੋਂ ਹੀ ਇਸ ਕੋਣ ਦੇ ਸਨਮੁਖ ਕੋਣ ਹਨ, ਤ੍ਰਿਭੁਜ ਦੇ ਅੰਦਰਲੇ ਕੋਣ ਹਨ ਅਤੇ ਇਸ ਕੋਣ ਦੇ ਸਨਮੁਖ ਕੋਣ ਹਨ। ਤਾਂ ਇੱਥੋਂ ਇੱਕ ਨਿਯਮ ਪ੍ਰਾਪਤ ਹੋ ਗਿਆ ਕਿ ਤ੍ਰਿਭੁਜ ਦਾ ਬਾਹਰੀ ਕੋਣ ਅੰਦਰਲੇ ਸਨਮੁਖ ਕੋਣਾਂ ਦੇ ਜੋੜ ਦੇ ਬਰਾਬਰ ਹੁੰਦਾ ਹੈ। ਤਾਂ ਆਓ ਹੁਣ ਅੱਗੇ ਅਸੀਂ ਆਪਣੀ ਮੁੱਢਲੀ ਸਮੱਸਿਆ ਵੱਲ ਜਾਂਦੇ ਹਾਂ। ਇੱਥੇ ਅਸੀਂ ਇਸ ਕੋਣ ਦਾ ਮਾਪ ਪਤਾ ਕਰਨਾ ਹੈ। ਤਾਂ ਹੁਣ ਅਸੀਂ ਇੱਥੇ ਦੇਖਦੇ ਹਾਂ ਕਿ ਸਾਡੇ ਕੋਲ ਜੋ ਦੂਜੀ ਤ੍ਰਿਭੁਜ ਸੀ, ਛੋਟੀ ਵਾਲੀ ਤ੍ਰਿਭੁਜ ਸੀਗਾ, ਉਸ ਦੇ ਵਿੱਚ ਸਾਡੇ ਕੋਲ ਦੋ ਕੋਣਾਂ ਦਾ ਮਾਪ ਪ੍ਰਾਪਤ ਹੋ ਗਿਆ ਹੈ। ਇੱਕ ਕੋਣ 31 ਡਿਗਰੀ ਜੋ ਪਹਿਲਾਂ ਹੀ ਦਿੱਤਾ ਹੋਇਆ ਸੀ, ਦੂਜਾ 114 ਡਿਗਰੀ, ਅਤੇ ਅਸੀਂ ਤੀਜਾ ਕੋਣ ਪਤਾ ਕਰਨਾ ਹੈ। ਇਸ ਦਾ ਅਸੀਂ ਨਾਂ ਰੱਖ ਲੈਂਦੇ ਹਾਂ Z। ਤਾਂ ਤ੍ਰਿਭੁਜ ਦੇ ਅੰਦਰਲੇ ਤਿੰਨੇ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਹੈ। ਇਸ ਦੀ ਵਰਤੋਂ ਕਰਕੇ ਅਸੀਂ Z ਦਾ ਮਾਪ ਪਤਾ ਕਰ ਲੈਂਦੇ ਹਾਂ। ਤਾਂ ਇੱਥੇ ਸਾਡੇ ਕੋਲ ਬਣ ਗਿਆ Z ਜਮਾ 114 ਡਿਗਰੀ ਜਮਾ 31 ਡਿਗਰੀ ਬਰਾਬਰ 180 ਡਿਗਰੀ। ਤਾਂ ਅੱਗੇ ਅਸੀਂ ਇਹਨਾਂ ਦੋ ਕੋਣਾਂ ਦਾ ਜੋੜ ਕਰ ਲਵਾਂਗੇ। ਤਾਂ ਅਗਲੀ ਲਾਈਨ ਬਣ ਜਾਏਗੀ Z ਜਮਾ, ਹੁਣ ਇਹਨਾਂ ਦਾ ਦੋਨਾਂ ਦਾ ਜੋੜ ਕਰਾਂਗੇ, 4 ਤੇ 1 5, 3 ਤੇ 1 4 ਤੇ 1 145 ਡਿਗਰੀ ਬਰਾਬਰ 180 ਡਿਗਰੀ। ਹੁਣ ਇੱਥੇ Z ਦਾ ਮਾਪ ਪਤਾ ਕਰਨ ਲਈ ਦੋਨੋਂ ਪਾਸੇ 145 ਡਿਗਰੀ ਘਟਾ ਲੈਂਦੇ ਹਾਂ। ਦੋਨੋਂ ਪਾਸੇ ਘਟਾ ਲੈਂਦੇ ਹਾਂ। ਖੱਬੇ ਪਾਸੇ ਸਾਡੇ ਕੋਲ ਇਹ ਕੱਟ ਜਾਣਗੇ ਤੇ ਇੱਥੇ ਬਚ ਜਾਏਗਾ Z ਬਰਾਬਰ, ਇੱਥੋਂ ਘਟਾਵਾਂਗੇ ਤਾਂ ਇੱਥੇ ਸਾਡੇ ਕੋਲ ਬਚ ਜਾਏਗਾ 5 ਤੇ 7 ਵਿੱਚੋਂ 4 ਮਾਈਨਸ ਕੀਤੇ 3, ਤੇ ਰਹਿ ਗਿਆ ਸਾਡੇ ਕੋਲ 35 ਡਿਗਰੀ। ਇਸ ਤਰ੍ਹਾਂ ਸਾਡੇ ਕੋਲ ਇਸ ਕੋਣ ਦਾ ਮਾਪ ਆ ਗਿਆ 35 ਡਿਗਰੀ।